ਇੱਕ ਵਿਅੰਗ ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ ਕਿ ਇੱਕ ਬੱਚਾ ਜਦੋਂ ਹਸਪਤਾਲ ਦੇ ਵਿੱਚ ਜਨਮ ਲੈਂਦਾ ਤੇ ਗਰਮੀ ਦੇ ਨਾਲ ਬੇਹਾਲ ਹੋ ਜਾਂਦਾ, ਲਾਈਟ ਵੀ ਨਹੀਂ ਹੁੰਦੀ ਤੇ ਬੱਚਾ ਸੋਚਦਾ ਹੈ ਕਿ ਉਹ ਲੱਗਦਾ ਮੈਂ ਫਿਰ ਪੰਜਾਬ ਦੇ ਵਿੱਚ ਹੀ ਜਨਮ ਲੈ ਲਿਆ। ਇਹ ਵੀ ਜਦੋਂ ਪੱਖਿਆਂ 'ਚ ਵੇਖੋ ਸੇਕ ਕਿੰਨਾ ਬੱਚਾ, ਇਧਰੋਂ ਵੇਖੋ ਧੁੱਪ, ਤੇ ਪਰੇਸ਼ਾਨ ਹੁੰਦੇ ਨੇ ਬੱਚੇ ਰਾਤ ਨੂੰ। ਇਧਰੋਂ ਵੀ ਆ ਧੁੱਪ ਪੈਂਦੀ ਨਾ ਜਦੋਂ ਬਹੁਤ ਸੇਕ ਪੈਂਦਾ, ਬਹੁਤ ਮੁਸ਼ਕਲ ਆਵੇ। ਸਾਹਮਣੇ ਧੁੱਪ ਪੈਣੀ, ਪਰ ਉਧਰ ਬੈਠ ਹੀ ਉਧਰ ਚੇਂਜ ਕਰਕੇ ਅੱਧੇ ਭੇਜ ਦੇ ਸਾਹਮਣੇ ਧੁੱਪ ਆਉਂਦੀ ਬੱਚੇ ਐਸਾ ਨਾ ਕੋਈ ਪਤਾ ਸਾਹਮਣੇ 10 ਵਜੇ ਨਹੀਂ ਧੁੱਪ ਸੇਕ ਪੈਣੇ ਕਹਿ ਨਹੀਂ ਕਰਨੀ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਇੱਕ ਵਿਅੰਗ ਤੁਸੀਂ ਵੀ ਜ਼ਰੂਰ ਸੁਣਿਆ ਹੋਵੇਗਾ ਕਿ ਇੱਕ ਬੱਚਾ ਜਦੋਂ ਹਸਪਤਾਲ ਦੇ ਵਿੱਚ ਜਨਮ ਲੈਂਦਾ ਤੇ ਗਰਮੀ ਦੇ ਨਾਲ ਬੇਹਾਲ ਹੋ ਜਾਂਦਾ, ਲਾਈਟ ਵੀ ਨਹੀਂ ਹੁੰਦੀ ਤੇ ਬੱਚਾ ਸੋਚਦਾ ਹੈ ਕਿ ਉਹ ਲੱਗਦਾ ਮੈਂ ਫਿਰ ਪੰਜਾਬ ਦੇ ਵਿੱਚ ਹੀ ਜਨਮ ਲੈ ਲਿਆ। ਲੱਗਦਾ ਕਿ ਅੱਜ ਕੱਲ੍ਹ ਦੀ ਸੱਚਾਈ ਬਣ ਚੁੱਕੀ ਹੈ। ਕੁਝ ਅਜਿਹਾ ਹੀ ਹਾਲ ਹੈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦਾ, ਜਿੱਥੇ ਕਿ ਜਨਾਨਾ ਵਾਰਡ ਦੇ ਵਿੱਚ ਜਿੱਥੇ ਬੱਚੇ ਜਨਮ ਲੈਂਦੇ ਨੇ, ਉਸ ਹਾਲ ਦੇ ਵਿੱਚ ਉਸ ਵਾਰਡ ਦੇ ਵਿੱਚ ਸੂਰਜ ਦੀ ਸਿੱਧੀ ਧੁੱਪ ਪੈਂਦੀ ਹੈ, ਗਰਮੀ ਦੇ ਨਾਲ ਬੁਰਾ ਹਾਲ ਹੈ। ਪੱਖੇ ਗਰਮ ਹਵਾ ਦਿੰਦੇ ਨੇ ਤੇ ਉਹ ਬਿਸਤਰੇ ਜਿਨ੍ਹਾਂ ਦੇ ਉੱਤੇ ਨਵਜਨਮੇ ਬੱਚਿਆਂ ਨੂੰ ਪਾਇਆ ਜਾਂਦਾ ਹੈ ਉਹ ਗਰਮੀ ਦੇ ਨਾਲ ਤਪਦੇ ਨੇ ਤੇ ਮਰੀਜ਼ ਪਰੇਸ਼ਾਨ ਹੋ ਰਹੇ ਨੇ। ਅਜਿਹਾ ਹੀ ਬੁਰਾ ਹਾਲ ਸਾਡੇ ਸਹਿਯੋਗੀ ਰੋਹਿਤ ਗੁਪਤਾ ਦੀ ਜਾਣਕਾਰੀ ਦੇ ਮੁਤਾਬਕ ਸਿਵਲ ਹਸਪਤਾਲ ਗੁਰਦਾਸਪੁਰ ਦੇ ਕਲਪੇ ਹੋਏ ਮਰੀਜ਼ਾਂ ਨੇ ਇਸ ਪੂਰੇ ਮਾਮਲੇ ਬਾਰੇ ਵਿੱਚ ਕੀ ਕਿਹਾ, ਪਹਿਲਾਂ ਤੁਸੀਂ ਉਹ ਸੁਣ ਲਓ। ਸ਼ੁੱਕਰਵਾਰ ਦੇ ਆਇਆ, ਕਿੰਨੀ ਕੁ ਮੁਸ਼ਕਲ ਆ ਰਹੀ ਹੈ? ਬਹੁਤ ਮੁਸ਼ਕਲ ਆਵੇ। ਸਾਹਮਣੇ ਧੁੱਪ ਪੈਣੀ, ਪਰ ਉਧਰ ਬੈਠ ਹੀ ਉਧਰ ਚੇਂਜ ਕਰਕੇ ਅੱਧੇ ਭੇਜ ਦੇ ਸਾਹਮਣੇ ਧੁੱਪ ਆਉਂਦੀ ਬੱਚੇ ਉਹ ਜਾਂ ਉਹ ਕਿੱਥੇ ਉੱਠ ਕੇ ਜਾਏਗੀ, ਇੱਧਰ ਹੋਏਗੀ ਐਸਾ ਨਾ ਕੋਈ ਪਤਾ ਸਾਹਮਣੇ 10 ਵਜੇ ਨਹੀਂ ਧੁੱਪ ਸੇਕ ਪੈਣੇ ਕਹਿ ਨਹੀਂ ਕਰਨੀ ਹੈਗੀ। ਉਹ ਕੁੜੀ ਬੁਖਾਰ ਹੋ ਗਿਆ, ਬੁਖਾਰ ਹੋਇਆ ਕੁੜੀ ਨੂੰ ਤੇ ਉਹ ਅੱਗੇ ਕਿਵੇਂ 10 ਦਿਨ ਰਹਿਣਾ, ਕਿੰਨੇ ਬਿਮਾਰ ਹੋਣਾ ਹੀ ਸਾਹਮਣੇ ਸੇਕ ਪੈਣ, ਕਿੰਨੇ ਦਿਨ ਰਹਿਣਾ ਪੈਣਾ ਇੱਧਰ। ਪੱਖੇ ਹਵਾ ਦੇ ਵੇਖੋ ਆਂਦੀ ਆ, ਚੱਲੇ ਕਦੇ 90 ਕਦੇ ਆਉਣਗੇ, 90 ਕਦੇ ਆ। ਆਪਣੇ ਬੱਚਿਆਂ ਦੇਖ ਕੇ ਤੇ ਚੱਜ ਜਾਂਦੇ ਬੱਚੇ ਨਹੀਂ ਕਰਨ ਆ ਰਹੀ ਹੈ। ਗਰਮੀ ਭਾਜੀ ਇੱਥੇ ਬੱਚੇ ਨੂੰ ਬੁਖਾਰ ਹੋ ਜਾਂਦਾ, ਬਹੁਤ ਗਰਮੀ ਲੱਗਦੀ ਆ, ਬੜੇ ਭਖਦੇ ਨੇ ਬੱਚੇ ਤੇ ਬਹੁਤ ਭਖਦੇ ਨੇ ਗੱਦੇ ਤੇ ਗਰਮੀ ਜਾਣ ਨਿਆਣਿਆਂ ਨੂੰ ਬੁਖਾਰ ਨਹੀਂ ਲੱਗਦਾ। ਦਵਾਈ ਦਈਏ ਤੇ ਮਾੜਾ ਜਿਹਾ ਲੱਗ ਜਾਂਦੇ ਫਿਰ ਉਤਰਾ ਹੀ ਹੋ ਜਾਂਦਾ ਤੇ ਬੜੀ ਪਰੇਸ਼ਾਨੀ ਬਹੁਤ ਹੈ। ਤੇ ਸਿਰ 7 ਦਿਨ ਹੋਇਆ। ਇਹ ਵੀ ਜਦੋਂ ਪੱਖਿਆਂ 'ਚ ਵੇਖੋ ਸੇਕ ਕਿੰਨਾ ਬੱਚਾ, ਇਧਰੋਂ ਵੇਖੋ ਧੁੱਪ, ਤੇ ਪਰੇਸ਼ਾਨ ਹੁੰਦੇ ਨੇ ਬੱਚੇ ਰਾਤ ਨੂੰ। ਛੋਟੇ ਬੱਚਿਆਂ ਨੂੰ ਸਗੋਂ ਜ਼ਿਆਦਾ ਹੱਟ ਨਾਲ ਲਾਈਟ ਜਦੋਂ ਰਾਤ ਨੂੰ ਚੱਲ ਜਾਂਦੀ ਬੜੀ ਪਰੇਸ਼ਾਨੀ ਹੁੰਦੀ। ਲਾਈਟ ਵੀ ਜਾਂਦੀ ਹੈ? ਲਾਈਟ ਵੀ ਜਾਂਦੀ ਹੈ ਰਾਤ ਨੂੰ। ਜਿਹੜਾ ਮਰੀਜ਼ ਨਾਲ ਇੱਕ ਜਿਹੜਾ ਮਰੀਜ਼ ਨਾਲ ਆਇਆ ਇੱਕ ਬੈੱਡ ਤੇ ਉਹਨਾਂ ਨੂੰ ਚਾਹੀਦਾ ਹੀ ਨਾਲ, ਸਾਰੇ ਪੁੰਜੇ ਸੁੱਤੇ ਹੁੰਦੇ ਸੀ ਤੇ ਚਾਹੀਦਾ ਹੀ ਕਮਰੇ 'ਚ। ਹੁਣ ਬੱਚਿਆਂ ਛੋਟੇ ਛੋਟਿਆਂ ਨੂੰ ਹਾਂਜੀ ਇਹਨਾਂ ਨੂੰ ਚਾਹੀਦਾ ਹੈ ਹੁਣ ਕਿ ਏਸੀ ਲਵਾਉਣ ਇੱਥੇ। ਏਸੀ ਤੇ ਚਾਹੀਦਾ ਇੱਕ ਕਮਰੇ 'ਚ ਇੱਕ ਤੇ ਚਾਹੀਦਾ। ਚਲੋ ਪੱਖੇ ਦੇ ਇਹਨਾਂ ਨੇ ਲਗਵਾਏ ਨੇ, ਪੱਖਿਆਂ ਦੀ ਹਵਾ ਵੇਖੋ ਹੈ, ਤੁਸੀਂ ਵੇਖ ਕੇ ਵੇਖਣ ਨਹੀਂ ਲਈ ਹਵਾ ਤਾਂ ਲੱਗਦੀ ਨਹੀਂ। ਮੁਸ਼ਕਲ ਆਂਡੀ ਹੈ ਨਾ, ਮੁਸ਼ਕਲ ਹੀ ਆਂਡੀ ਤੈਨੂੰ ਕਹਿਣ ਦੇ ਆ ਨਾ ਜੇ ਸੌਣ ਦੀ ਤੰਗੀ ਹੈ ਤੇ 2 ਜਣੇ ਰਹਿ ਸਕਦੇ ਆ, ਕਿੱਦਾਂ ਸੌਣਾ ਪੁੰਜੇ ਬਿਸਤਰ ਪਾ ਕੇ ਦਿੰਦੇ। ਇੱਕ ਜਣਾ ਬੱਚਾ ਕੀ ਚਾਹੀਦੇ ਆ, ਅੱਜ ਗਰਮੀ ਲੱਗਣ ਦੀ ਆ ਹੁਣ ਉਹਨਾਂ ਨੂੰ। ਆ ਵੇਖੋ ਹੁਣ 3 ਜਣੇ ਹੀ ਪਏ ਬੱਚੇ ਦੇ। ਲਾਈਟ ਵੀ ਜਾਂਦੀ ਹੈ? ਹਾਂਜੀ ਲਾਈਟ ਵੀ ਜਾਂਦੀ, ਲਾਈਟ ਜਾਂਦੀ ਵੀ ਥੋੜਾ ਤੇਜ਼ ਜਾਂਦੀ ਫਿਰ ਆ ਜਾਂਦੀ ਹੈ। ਹਾਂਜੀ ਇਹ ਮੁਸ਼ਕਲ ਬੜੀ ਆਂਡੀ ਆ। ਏਸੀ ਜ਼ਰੂਰ ਚਾਹੀਦਾ ਥੱਲੇ ਜਿਹੜੇ ਨਾਲ ਉਹਨਾਂ ਨੂੰ ਬਹੁਤ ਤੰਗੀ, ਬੱਚਿਆਂ ਨੂੰ ਰਾਤ ਨੂੰ ਗਰਮੀ ਬੜੀ ਲੱਗਦੀ ਆ। ਹਾਂਜੀ ਏਸੀ ਜ਼ਰੂਰ ਚਾਹੀਦਾ ਇੱਕ ਕਮਰੇ ਦੇ ਵਿੱਚ। ਪੱਖੇ ਤੇ ਚੱਲਣ ਦੇ ਆ? ਹਾਂਜੀ ਰਾਤ ਕਦੇ ਬੱਤੀ ਵੀ ਬੰਦ ਹੋ ਸਕਦੀ ਆ, ਬੱਤੀ ਵੀ ਬੰਦ ਹੋ ਜਾਂਦੀ ਆ। ਇਹ ਗਰਮੀ ਬੜੀ ਆ, ਬੱਚੇ ਛੋਟੇ ਛੋਟੇ ਆ, ਬੱਤੀ ਦਾ ਵੀ ਗਰਮੀ ਜ਼ਿਆਦਾ ਲੱਗਦੀ। ਇਧਰੋਂ ਵੀ ਆ ਧੁੱਪ ਪੈਂਦੀ ਨਾ ਜਦੋਂ ਬਹੁਤ ਸੇਕ ਪੈਂਦਾ ਆ। ਗਰਮੀ ਹੋਏ ਤੇ ਰੋਂਦੇ ਬੱਚੇ ਨਿੱਕੇ। ਹਾਂ ਕੀ ਚਾਹੀਦਾ ਇੱਥੇ? ਜਿਹੜਾ ਇੱਥੇ ਏਸੀ ਇਸ ਕਮਰੇ 'ਚ ਚਾਹੀਦਾ, ਇੱਕ ਉਤਰਾ ਨਾਲ ਜਿਹੜਾ ਆਉਂਦਾ ਉਹਨੂੰ ਇੱਕ ਬੈੱਡ ਚਾਹੀਦਾ। ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਸਰਕਾਰੀ ਹਸਪਤਾਲ ਦੇ ਵਿੱਚ ਜਨਾਨਾ ਵਾਰਡ ਦੇ ਵਿੱਚ ਮਰੀਜ਼ ਗਰਮੀ ਦੇ ਨਾਲ ਪਰੇਸ਼ਾਨ ਹੋ ਰਹੇ ਨੇ। ਛੋਟੇ ਛੋਟੇ ਨਵਜਨਮੇ ਬੱਚਿਆਂ ਨੂੰ ਮਰੀਜ਼ਾਂ ਵੱਲੋਂ ਭੁੰਜੇ ਲਟਾ ਕੇ ਦਰੀਆਂ ਵਿਛਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਗਰਮੀ ਤੋਂ ਬਚਾਇਆ ਜਾ ਰਿਹਾ। ਕੁਝ ਮਰੀਜ਼ਾਂ ਨੇ ਵੀ ਕਿਹਾ ਕਿ ਬੱਚਿਆਂ ਨੂੰ ਬੁਖਾਰ ਹੋ ਰਿਹਾ, ਜਿਹੜੀਆਂ ਬੱਚਿਆਂ ਦੀਆਂ ਮਾਵਾਂ ਨੇ ਉਹਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਰੀਜ਼ਾਂ ਦੇ ਨਾਲ ਜੋ ਲੋਕ ਆਉਂਦੇ ਨੇ ਉਹ ਵੀ ਗਰਮੀ ਦੇ ਨਾਲ ਜੂਝ ਰਹੇ ਨੇ। ਹਸਪਤਾਲ ਦੀ ਹਾਲਤ ਮਾੜੀ ਹੈ, ਪਰ ਇਸ ਦੇ ਬਾਰੇ ਵਿੱਚ ਜਦੋਂ SMO ਸਾਹਿਬਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਫੰਡ ਹੀ ਨਹੀਂ ਆਉਂਦੇ ਕਿ ਅਸੀਂ ਏਸੀਆਂ ਦੀ ਸਰਵਿਸ ਕਰਵਾ ਸਕੀਏ। ਸੋ ਕੀ ਕਹਿਣਾ SMO ਸਾਹਿਬਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। नहीं फैन तो सारे चल रहे हैं, अदरवाइज जोड़े AC है वो भी चल रहे हैं, बट थोड़ा जहा उन्हों का इशू होंगे सर्विसिंग का।
ਠੀਕ ਹੈ, ਵਿੱਚ ਅਸੀਂ ਸਰਵਿਸ ਵੀ ਕਰਾ ਰਹੇ ਹਾਂ, ਲੇਕਿਨ ਜਿਹੜੀ AMC ਹੋਈ ਹੈ ਸਾਡੇ ਸਟੇਟ ਲੈਵਲ ਤੇ, ਉਹਦਾ ਇਸ਼ੂ ਥੋੜਾ ਆ ਰਿਹਾ ਹੈ, ਤਾਂ ਕਿ ਸਾਡੀ ਜਿਹੜੀ ਸਰਵਿਸਿਜ਼ ਜਿਹੜੀਆਂ ਹੈ AC ਵਾਲੀਆਂ AC ਸਰਵਿਸਿਜ਼ ਜਿਹੜੀ ਹੈ ਉਹ ਥੋੜਾ ਜਿਹਾ ਡਿਲੇ ਹੋ ਰਹੀ ਹੈ ਬਿਕੋਜ਼ ਆਫ ਬਜਟ। ਤੇ ਵੈਸੇ ਅਸੀਂ ਜਿਹੜੀ ਜਿੱਥੇ ਜ਼ਿਆਦਾ ਜ਼ਰੂਰੀ ਹੈ ਉੱਥੇ ਅਸੀਂ ਆਪਣੇ ਪਰਸਨਲ ਤੌਰ ਤੇ ਵੀ ਕਰਵਾ ਰਹੇ ਹਾਂ ਉਹਨਾਂ ਦੀ ਸਰਵਿਸਿੰਗ। ਔਰ ਸੈਂਟਰਲਾਈਜ਼ AC ਜਿਹੜਾ ਹੈਗਾ ਉਹਦੀ ਥੋੜੀ ਜਿਹੀ ਇਸ਼ੂ ਆ ਰਿਹਾ ਹੈ ਕਿ ਉਹਦੀ ਸਰਵਿਸਿੰਗ ਨਹੀਂ ਹੋ ਪਾ ਰਹੀ ਬਿਕੋਜ਼ ਆਫ ਬਜਟ। ਤੇ ਉਹਨਾਂ ਕੰਪਨੀ ਨਾਲ ਵੀ ਅਸੀਂ ਗੱਲ ਕੀਤੀ ਹੈ ਕਿ ਉਹ ਆ ਕੇ ਸਾਡੀ ਜਿਹੜੀ ਹੈ ਉਹ ਸੈਂਟਰਲਾਈਜ਼ AC ਜਿਹੜਾ ਉਹਨੂੰ ਸਰਵਿਸ ਕਰਕੇ ਜਾਣ। ਕਿੰਨੀ ਕੁ ਅਮਾਉਂਟ ਆ ਮੈਮ AC ਦੀ ਸਰਵਿਸ ਨੂੰ ਲੈ ਕੇ, ਜਾਂ ਪਿਛਲੀ ਵੀ ਅਮਾਉਂਟ ਜੇ ਪੈਂਡਿੰਗ ਪਈ ਹੈ? ਹਾਂਜੀ ਕੁਝ ਪੈਂਡਿੰਗ ਤੇ ਹੈਗੀਆਂ ਸਾਡੀਆਂ, 1.5 ਲੱਖ ਦੇ ਵਿਚਕਾਰ ਹੈਗੇ ਉਹਨਾਂ ਦੀ ਪੇਮੈਂਟ ਜਿਹੜੀ ਸਾਨੂੰ ਦੇਣੀ ਹੈ। ਹਾਂ, ਉਹ ਵੀ ਚੱਲ ਰਿਹਾ ਕਿਉਂਕਿ ਸਾਡਾ ਜਿਹੜਾ ਹੈ SSBY ਪਹਿਲਾਂ ਪ੍ਰੋਗਰਾਮ ਚੱਲ ਰਿਹਾ ਸੀ, ਉਹਦੇ ਤਹਿਤ ਸਾਨੂੰ ਕੁਝ ਅਮਾਊਂਟ ਆ ਜਾਂਦਾ ਸੀ, ਸਾਡਾ ਚੱਲਿਆ ਰਹਿੰਦਾ ਸੀ ਹਸਪੀਟਲ, ਕੁਝ ਨਾ ਕੁਝ ਅਸੀਂ UZ ਚਾਰਜ ਚੋਂ ਵੀ ਕਰਦੇ ਹਾਂ। ਬਾਕੀ ਜਿਹੜੀ ਅਮਾਊਂਟ ਸਾਨੂੰ ਆਉਂਦੀ ਸੀ ਅਸੀਂ ਉਹ ਹਸਪੀਟਲ ਤੇ ਵੀ ਲਗਾਉਂਦੇ ਸੀ ਤੇ ਸਾਰਾ ਮੇਨਟੇਨੈਂਸ ਚੱਲੀ ਜਾਂਦਾ ਸੀ। ਲੇਕਿਨ ਹੁਣ 3 ਕੁ ਮਹੀਨੇ ਤੋਂ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਾਡੇ ਕੋਲ ਕੁਝ ਬਜਟ ਨਹੀਂ ਆ ਰਿਹਾ ਹੈ। ਬਜਟ ਨਾ ਆਉਣ ਦੇ ਕਾਰਨ ਇਹ ਪ੍ਰੋਬਲਮ ਸਾਰੀਆਂ ਕ੍ਰੀਏਟ ਹੋ ਰਹੀਆਂ। ਹਾਂ, ਨੈਚੁਰਲੀ ਜਿਹੜਾ ਵੀ ਕੋਈ ਕੰਮ ਜਿਹੜਾ ਕੋਈ ਪੈਂਡਿੰਗ ਹੈ, ਕੋਈ ਦੇਣ ਵਾਲੇ ਉਹਨਾਂ ਦੇ ਪੈਸੇ ਕੰਪਨੀਆਂ ਦੇ, ਉਹ ਜਦੋਂ ਉਹਨਾਂ ਨੂੰ ਪੇ ਕਰਾਂਗੇ ਤੇ ਤਾਂ ਹੀ ਅੱਗੇ ਉਹ ਕੰਮ ਕਰਨਗੇ। ਨਹੀਂ, ਅਸੀਂ ਕੋਸ਼ਿਸ਼ ਤੇ ਕਰ ਰਹੇ ਹਾਂ, ਸਾਰਿਆਂ ਨੂੰ ਅਸੀਂ ਦੱਸਿਆ ਵੀ ਹੈ, ਸਾਡੇ ਹਾਇਰ ਅਥਾਰਟੀਜ਼ ਨੂੰ ਵੀ ਪਤਾ ਹੈ, ਮੈਡਮ ਡਾਇਰੈਕਟਰ ਨਾਲ ਆਏ ਸੀ, ਉਹਨਾਂ ਨਾਲ ਵੀ ਗੱਲ ਹੋਈ ਸੀ, ਸਿਵਲ ਸਰਜਨ ਨੂੰ ਵੀ ਪਤਾ ਹੈ ਇਸ ਬਾਰੇ। ਪਰ ਮੇਨਟੇਨੈਂਸ ਦੇ ਵਿੱਚ ਤੇ ਸਾਨੂੰ ਬਜਟ ਤੇ ਚਾਹੀਦਾ ਹੀ ਹੈ। ਨਹੀਂ, ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ, ਉਹਨਾਂ ਦੇ ਚੱਲ ਹੀ ਰਹੇ ਹੈ, ਉਹਨਾਂ ਦੇ ਤੇ AC ਚੱਲ ਰਹੇ ਹੈ, ਉੱਥੇ ਸੈਂਟਰਲਾਈਜ਼ AC ਨਹੀਂ ਹੈਗਾ, ਉਹਨਾਂ ਦੇ ਵੈਸੇ AC ਹੈ ਤੇ ਉਹ ਕਾਫੀ ਠੰਡੀ ਜਗ੍ਹਾ ਹੈ, ਉਹ ਠੀਕ ਹੈ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈ ਉਹਨਾਂ ਦਾ। ਬਾਕੀ ਅਸੀਂ ਤੇ ਸਗੋਂ ਉੱਤੇ ਪਾਰਟੀਸ਼ਨ ਵੀ ਕਰਾਈ ਸੀ ਇਸੇ ਚੱਕਰ 'ਚ ਕਿਉਂਕਿ ਉਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ ਸੀ, ਫੈਨ ਤੇ ਚੱਲਦੇ ਹੀ ਹੈਗੇ ਆ। ਹੁਣ ਕੈਬਿਨ ਬਣਾਇਆ ਹੈ ਉਹਨਾਂ ਵਾਸਤੇ, ਠੀਕ ਹੈ ਨਾ, ਮੈਟਰਨਿਟੀ ਵਾਰਡ ਦੇ ਵਿੱਚ। ਸੋ ਤੁਸੀਂ ਸੁਣਿਆ ਕਿ ਇਸ ਮਾਮਲੇ ਦੇ ਵਿੱਚ SMO ਸਾਹਿਬਾ ਦਾ ਕਹਿਣਾ ਕਿ ਸਾਡੇ ਕੋਲ ਉਹਨੇ ਫੰਡ ਹੀ ਨਹੀਂ ਆਉਂਦੇ ਕਿ ਅਸੀਂ ਸਾਰੇ ਏਸੀਆਂ ਦੀ ਸਰਵਿਸ ਕਰਵਾ ਸਕੀਏ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹੀ ਸਮੱਸਿਆ ਉਹਨਾਂ ਮਾਵਾਂ ਨੂੰ ਤੇ ਨਵਜਨਮੇ ਬੱਚਿਆਂ ਨੂੰ ਨਾ ਆਵੇ, ਅਸੀਂ ਯਤਨ ਕਰਦੇ ਹਾਂ, ਪਰ ਸਾਡੇ ਕੁਝ ਪਿਛਲੇ ਬਕਾਏ ਵੀ ਖੜੇ ਨੇ ਤੇ ਨਵੇਂ ਫੰਡ ਸਰਕਾਰ ਵੱਲੋਂ ਨਹੀਂ ਆਉਂਦੇ। ਕੁਝ ਅਜਿਹਾ ਕਹਿ ਕੇ SMO ਸਾਹਿਬਾ ਵੱਲੋਂ ਇਹ ਜਿਹੜਾ ਆਪਣਾ ਬਚਾਅ ਕੀਤਾ ਜਾਂਦਾ, ਪਰ ਸਵਾਲ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਉਹ ਸਰਕਾਰਾਂ ਦੇ ਉੱਤੇ ਵੀ ਖੜੇ ਹੁੰਦੇ ਨੇ ਕਿਉਂਕਿ ਜਦੋਂ ਸਰਕਾਰਾਂ ਚੋਣਾਂ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਸਿਹਤ ਸੁਵਿਧਾਵਾਂ ਜਿਹੜੀਆਂ ਹੈਗੀਆਂ ਬਿਹਤਰ ਪ੍ਰਦਾਨ ਕਰਾਂਗੇ ਲੋਕਾਂ ਨੂੰ, ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਲੋਕਾਂ ਦੀਆਂ ਉਮੀਦਾਂ ਉਦੋਂ ਟੁੱਟ ਜਾਂਦੀਆਂ ਨੇ ਜਦੋਂ ਉਸ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਜੇ ਦੇਖੀਏ ਤਾਂ ਇੱਕ ਮਾਂ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਕਹਿੰਦੇ ਨੇ ਕਿ ਉਸ ਨੂੰ ਬਹੁਤ ਵੱਡੀ ਤਕਲੀਫ ਦੇ ਵਿੱਚੋਂ ਗੁਜ਼ਰਨਾ ਪੈਂਦਾ, ਇੱਕ ਤਰ੍ਹਾਂ ਉਸ ਦਾ ਨਵਾਂ ਜਨਮ ਹੁੰਦਾ ਤੇ ਇੱਕ ਤਕਲੀਫ ਦੇ ਵਿੱਚੋਂ ਨਿਕਲ ਕੇ ਮਾਂ ਨੂੰ ਜਦੋਂ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾਂਦਾ, ਜੇਕਰ ਉਸ ਸਮੇਂ ਗਰਮੀ ਦੇ ਨਾਲ ਉਸ ਵਾਰਡ ਦੇ ਵਿੱਚ ਬੁਰਾ ਹਾਲ ਹੋਵੇ ਤਾਂ ਕਿੰਨੀ ਮੰਦੀ ਹਾਲਤ ਹੋਵੇਗੀ ਉਸ ਮਾਂ ਦੀ ਤੇ ਉਸ ਬੱਚੇ ਦੀ ਜੋ ਅਜੇ ਨਵਾਂ ਜਨਮਿਆ, ਜਿਸ ਨੇ ਅਜੇ ਦੁਨੀਆ ਦੇ ਵਿੱਚ ਪੈਰ ਹੀ ਧਰਿਆ। ਜੇਕਰ ਦੁਨੀਆ ਦੇ ਵਿੱਚ ਆਉਂਦਿਆਂ ਹੀ ਉਸ ਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਸਰਕਾਰਾਂ ਤੇ ਯਕੀਨਨ ਵੱਡੇ ਸਵਾਲ ਖੜੇ ਹੁੰਦੇ ਨੇ। ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਸੁਵਿਧਾਵਾਂ ਦੇ ਵਿੱਚ ਸੁਧਾਰ ਹੋ ਸਕੇਗਾ ਜਾਂ ਇਸੇ ਤਰ੍ਹਾਂ ਦਾ ਹਾਲ ਚੱਲਦਾ ਰਹੇਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ।